हाँ जी, गुड मॉर्निंग स्टूडेंट्स। बेटा अज असी सिक्स का लास्ट चैप्टर करांगे आउटकम्स ऑफ डेमोक्रेसी। आउटकम्स होंगे ने रिजल्ट्स। सो रिजल्ट डेमोक्रेसी के की रिजल्ट सानू मिलते हैं, पॉजिटिव ने या नैगेटिव ने, ये असीं डिस्कस करांगे लैसन एक्सपैक्टिड आउटकम्स की ने, लोग की एक्सपैक्ट करते डेमोक्रेसी तो, और रीयल आउटकम्स फिर देखेंगे कि असलीयत दे विच की रिजल्ट मिलता है डेमोक्रेसी। सो लैट्स स्टार्ट द चैप्टर आउटकम्स ऑफ डेमोक्रेसी। सो स्टार्ट करते हैं फर्स्ट टॉपिक तो, हाउ डू वी ਅਸੈਸ ਡੈਮੋਕ੍ਰੇਸੀਜ਼ ਆਊਟਕਮਸ। ਡੈਮੋਕ੍ਰੇਸੀ ਦੇ ਆਊਟਕਮਸ ਨੂੰ ਦਾ ਮੁਲਾਂਕਣ ਕਰਨ ਲਈ ਅਸੀਂ ਕਿਵੇਂ ਜਿਹੜਾ ਹੈ ਕੀ ਪ੍ਰੋਸੈਸ ਯੂਜ਼ ਕਰ ਸਕਦੇ ਹਾਂ। ਹਾਂਜੀ ਲੈਟਸ ਸਟਾਰਟ। ਕਹਿੰਦਾ ਡੈਮੋਕ੍ਰੇਸੀ ਇਜ਼ ਅ ਬੈਟਰ ਫਾਰਮ ਆਫ ਗਵਰਨਮੈਂਟ ਵੈਨ ਕੰਪੇਅਰਡ ਵਿਦ ਡਿਕਟੇਟਰਸ਼ਿਪ ਔਰ ਐਨੀ ਅਦਰ ਆਲਟਰਨੇਟਿਵ। ਡੈਮੋਕ੍ਰੇਸੀ ਜਿਹੜੀ ਹੈ ਬਾਕੀ ਗਵਰਨਮੈਂਟਸ ਨਾਲੋਂ ਇੱਕ ਬਿਹਤਰ ਟਾਈਪ ਦੀ ਗਵਰਨਮੈਂਟ ਹੈ ਜਦੋਂ ਅਸੀਂ ਉਹਨਾਂ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ। ਵੀ ਫੈਲਟ ਦੈਟ ਡੈਮੋਕ੍ਰੇਸੀ ਵਾਜ਼ ਬੈਟਰ ਬਿਕਾਜ਼ ਡੈਮੋਕ੍ਰੇਸੀ डिकटेटरशिप ਜਾਂ ਮਨਾਰਕੀ ਨਾਲੋਂ ਇਸ ਵਾਸਤੇ ਬਿਹਤਰ ਹੈ ਕਿਉਂਕਿ ਇਹ ਹੇਠ ਲਿਖੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਦੀ ਹੈ। ਪ੍ਰੋਵਾਈਡਸ ਇਕੁਐਲਿਟੀ ਟੂ ਦਾ ਸਿਟੀਜ਼ਨਸ। ਇਹਦੇ ਲਈ ਡੈਮੋਕ੍ਰੇਸੀ ਦੇ ਸਾਰੇ ਸਿਟੀਜ਼ਨਸ ਬਰਾਬਰ ਸਮਝੇ ਜਾਂਦੇ ਨੇ, ਚਾਹੇ ਕੋਈ ਅਮੀਰ ਹੈ ਗਰੀਬ ਹੈ। ਐਨਹੈਂਸਿਸ ਦਾ ਡਿਗਨਿਟੀ ਆਫ ਇੰਡੀਵਿਜੂਅਲ। ਹਰ ਇੱਕ ਇਨਸਾਨ ਨੂੰ ਮਾਣ ਇੱਜ਼ਤ ਬਖਸ਼ਦੀ ਹੈ। ਇੰਪਰੂਵਸ ਦਾ ਕੁਆਲਿਟੀ ਆਫ ਡਿਸੀਜ਼ਨ ਮੇਕਿੰਗ। ਡੈਮੋਕ੍ਰੇਸੀ ਦੇ ਵਿੱਚ ਅੱਛੇ ਕੁਆਲਿਟੀ ਵਾਲੇ ਡਿਸੀਜ਼ਨਸ ਲਏ ਜਾਂਦੇ ਨੇ ਕਿਉਂਕਿ ਪ੍ਰੋਪਰ ਕੰਸਲਟੇਸ਼ਨ ਤੋਂ ਬਾਅਦ ਹੀ ਡਿਸੀਜ਼ਨ ਹੁੰਦੇ ਨੇ, ਬਹਿਸ ਤੋਂ ਬਾਅਦ। आल्सो गिव्स अ मैथड टू रिजॉल्व कॉन्फ्लिक्ट्स। जो कोई झगड़े पैदा होंदे ने उन्होंने दूर करने का जोड़ा एक मैथड प्रोवाइड करती है शांति के नाल। अलाउज रूम टू करैक्ट मिसटेक्स। अगर गवर्नमेंट को कोई मिसटेक्स हो भी जाती ने तो गवर्नमेंट अपने फैसले सुधार सकती है। आर दीज एक्सपैक्टेशंस रियलाइज्ड अंडर डेमोक्रेसीज। वैन वी टॉक टू पीपल अराउंड अस मोस्ट ऑफ them support democracy against other alternatives सच एज रूल बाय मोनार्क और मिलिटरी और रिलीजियस लीडर्स। सो ਜਿਹੜੀਆਂ ਉੱਪਰਲੀਆਂ ਗੱਲਾਂ ਨੇ ਸਾਰੀਆਂ ਐਕਸਪੈਕਟੇਸ਼ਨਸ ਹੈਗੀਆਂ ਨੇ ਡੈਮੋਕ੍ਰੇਸੀ ਤੋਂ, ਲੇਕਿਨ ਕੀ ਅਸਲੀਅਤ ਦੇ ਵਿੱਚ ਇਹ ਚੀਜ਼ਾਂ ਲਾਗੂ ਹੋ ਪਾਉਂਦੀਆਂ ਨੇ, ਆਊਟਕਮਸ ਮਿਲਦੇ ਨੇ। ਨਾਲ ਹੀ ਦੱਸਦਾ ਹੈ ਕਿ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਜੋ ਲੋਕ ਡੈਮੋਕ੍ਰੇਸੀ ਨੂੰ ਸਪੋਰਟ ਕਰਦੇ ਨੇ ਉਹ ਕਹਿੰਦੇ ਨੇ ਕਿ ਕਿੰਗਸ਼ਿਪ ਜਾਂ ਮਿਲਿਟਰੀ ਰੂਲ ਜਾਂ ਰਿਲੀਜੀਅਸ ਰੂਲ ਨਾਲੋਂ ਬਿਹਤਰ ਹੈ। ਬਟ ਨਾਟ ਸੋ ਮੈਨੀ ਆਫ them would be satisfied with the democracy in practice। लेकिन जो असीं प्रैक्टिस रियलिटी की गल करिए तो सब लोग जोड़े ने डेमोक्रेसी तो संतुष्ट नहीं ने। सो वी फेस अ डिलेमा। डेमोक्रेसी इज सीन टू बी गुड इन प्रिंसीपल बट फेल टू बी नॉट सो गुड इन प्रैक्टिस। सिद्धांत तो डेमोक्रेसी के बड़े अच्छे ने, प्रिंसीपल्स वाइज डेमोक्रेसी बड़ी अच्छी है, लेकिन जो रियलिटी की गल करिए तो उन्ने अच्छे रिजल्ट सानू नहीं मिलते, ना ही लोग सहमत ने इस चीज़ के नाल। This dilemma invites us to think hard about the outcomes of democracy. Do we prefer democracy only for moral reasons, or are there some prudential reasons to support democracy? So ਅਸੀਂ ਇਸ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਕੀ ਅਸੀਂ ਡੈਮੋਕ੍ਰੇਸੀ ਸਿਰਫ ਮੋਰਲ ਰੀਜ਼ਨਸ ਵਾਸਤੇ ਹੀ ਪਸੰਦ ਕਰਦੇ ਹਾਂ ਕਿ ਜਾਂ ਕੋਈ ਪ੍ਰੂਡੈਂਸ਼ੀਅਲ ਰੀਜ਼ਨ ਵੀ ਹੈਗਾ ਹੈ ਡੈਮੋਕ੍ਰੇਸੀ ਨੂੰ ਸਪੋਰਟ ਕਰਨ ਦਾ। ਮੀਨਸ ਕਿ ਕੀ ਸਾਨੂੰ ਡੈਮੋਕ੍ਰੇਸੀ ਦਾ ਕੋਈ ਬੈਨੀਫਿਟ ਵੀ ਹੁੰਦਾ ਹੈ ਰਿਐਲਿਟੀ 'ਚ ਜਾਂ ਨਹੀਂ, ਉਹ ਅਸੀਂ ਦੇਖਾਂਗੇ। 100 ਤੋਂ ਵੀ ज़्यादा ਕੰਟਰੀਜ਼ ਜਿਹੜੇ ਨੇ ਅੱਜ ਉੱਥੇ ਡੈਮੋਕ੍ਰੈਟਿਕ ਪੋਲੀਟਿਕਸ ਪਾਈ ਜਾਂਦੀ ਹੈ। ਇਹਨਾਂ ਕੰਟਰੀਜ਼ ਵਿੱਚ ਸੰਵਿਧਾਨ ਹੈ, ਇਲੈਕਸ਼ਨਸ ਹੁੰਦੀਆਂ ਨੇ, ਪਾਰਟੀਜ਼ ਨੇ ਔਰ ਸਿਟੀਜ਼ਨਸ ਨੂੰ ਰਾਈਟਸ ਮਿਲੇ ਹੋਏ ਨੇ, ਫੰਡਾਮੈਂਟਲ ਰਾਈਟਸ। ਇਹਨਾਂ ਡੈਮੋਕ੍ਰੈਟਿਕ ਕੰਟਰੀਜ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਾਮਨ ਨੇ, ਲੇਕਿਨ ਫਿਰ ਵੀ ਉਹ ਕੰਟਰੀ ਡਿਫਰੈਂਟ ਹੈਗੇ ਨੇ। ਸੋਸ਼ਲ ਕੰਟੈਕਸਟ ਦੇ ਵਿੱਚ, ਇਕੋਨਮੀ ਦੇ ਵਿੱਚ, ਅਚੀਵਮੈਂਟਸ ਦੇ ਵਿੱਚ ਔਰ ਕਲਚਰਲੀ ਵੀ ਡਿਫਰੈਂਟ ਨੇ। Clearly, what may be achieved or not achieved under each of these democracies will be very different. So different situations ਹੋਣ ਦੇ ਨਾਲ ਹਰ ਇੱਕ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੇ ਆਊਟਕਮਸ ਵੀ ਡਿਫਰੈਂਟ ਹੋਣਗੇ। ਬਟ ਇਜ਼ ਦੇयर ਸਮਥਿੰਗ ਦੈਟ ਵੀ ਕੈਨ ਐਕਸਪੈਕਟ ਫਰੋਮ ਐਵਰੀ ਡੈਮੋਕ੍ਰੇਸੀ ਜਸਟ ਬਿਕਾਜ਼ ਇਟ ਇਜ਼ ਡੈਮੋਕ੍ਰੇਸੀ। ਲੇਕਿਨ ਅਸੀਂ ਇਹ ਵੀ ਦੇਖਣਾ ਚਾਹਾਂਗੇ ਕਿ ਕੋਈ ਕਾਮਨ ਆਊਟਕਮ ਹੈਗਾ ਜਿਹੜਾ ਹਰ ਇੱਕ ਡੈਮੋਕ੍ਰੇਸੀ ਨੂੰ ਦੇਣਾ ਚਾਹੀਦਾ ਹੈ। Our interest in and fascination for democracy often pushes us into taking a position that democracy can address all socio-economic and political problems. ਸੋ ਅਸੀਂ ਅਕਸਰ ਇਹ ਸੋਚਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਇਹਨੂੰ ਸਾਰੀਆਂ ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ ਪ੍ਰੋਬਲਮਸ ਨੂੰ ਦੂਰ ਕਰਨਾ ਚਾਹੀਦਾ ਹੈ। ਇਫ ਸਮ ਆਫ ਆਰ ਐਕਸਪੈਕਟੇਸ਼ਨਸ ਆਰ ਨਾਟ ਮੈਟ ਵੀ ਸਟਾਰਟ ਬਲੇਮਿੰਗ ਇਟ। ਅਗਰ ਸਾਡੀ ਕੋਈ ਆਸ਼ਾ ਡੈਮੋਕ੍ਰੇਸੀ ਤੋਂ ਪੂਰੀ ਨਹੀਂ ਹੁੰਦੀ ਤਾਂ ਅਸੀਂ ਡੈਮੋਕ੍ਰੇਸੀ ਨੂੰ ਹੀ ਬੁਰਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਔਰ ਵੀ ਸਟਾਰਟ ਡਾਊਟਿੰਗ ਇਫ ਵੀ ਆਰ ਲਿਵਿੰਗ ਇਨ ਅ ਡੈਮੋਕ੍ਰੇਸੀ। ਕਈ ਵਾਰੀ ਸਾਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਕਿ ਕੀ ਸਾਡੇ ਦੇਸ਼ 'ਚ ਅਸਲ ਡੈਮੋਕ੍ਰੇਸੀ ਹੈ ਵੀ ਜਾਂ ਨਹੀਂ।
First step towards thinking carefully about the outcomes of democracy is to recognize that democracy is just a form of government. ਪਹਿਲਾਂ ਇਹ ਸਮਝਣਾ ਪਏਗਾ ਕਿ ਡੈਮੋਕ੍ਰੇਸੀ ਜਸਟ ਇੱਕ ਸਰਕਾਰ ਦੀ ਕਿਸਮ ਹੈ। ਇਟ ਕੈਨ ਓਨਲੀ ਕ੍ਰੀਏਟ ਕੰਡੀਸ਼ਨਸ ਫॉर ਅਚੀਵਿੰਗ ਸਮਥਿੰਗ। ਇਹ ਸਾਨੂੰ ਕੋਈ ਗਰੰਟੀ ਨਹੀਂ ਦਿੰਦੀ ਕਿ ਇਹ ਚੀਜ਼ਾਂ ਤੁਹਾਡੇ ਦੇਸ਼ 'ਚ ਹੋ ਜਾਣਗੀਆਂ। ਇਹ ਸਿਰਫ ਸਾਨੂੰ ਅੱਛੇ ਹਾਲਾਤ ਪੈਦਾ ਕਰਕੇ ਦਿੰਦੀ ਹੈ ਜਿਨ੍ਹਾਂ ਦੇ ਵਿੱਚ ਅਸੀਂ ਕੁਝ ਅਚੀਵ ਕਰ ਸਕਦੇ ਹਾਂ। ਸਿਟੀਜ਼ਨਸ ਹੈਵ ਟੂ ਟੇਕ ਐਡਵਾਂਟੇਜ ਆਫ ਦੋਜ਼ ਕੰਡੀਸ਼ਨਸ ਐਂਡ ਅਚੀਵ ਦੋਜ਼ ਗੋਲਸ। ਸਾਨੂੰ ਖੁਦ ਉਹਨਾਂ ਹਾਲਾਤਾਂ ਦਾ ਫਿਰ ਫਾਇਦਾ ਉਠਾ ਕੇ ਖੁਦ ਗੋਲ ਪ੍ਰਾਪਤ ਕਰਨੇ ਹੋਣਗੇ। So let's examine some of the things we can reasonably expect from democracy and examine the record of democracy. So ਅੱਗੇ ਅਸੀਂ ਹੁਣ ਜਿਹੜਾ ਅਸੈਸ ਕਰਾਂਗੇ ਡੈਮੋਕ੍ਰੇਸੀ ਨੂੰ ਕਿ ਕੀ ਆਊਟਕਮਸ ਅਸੀਂ ਐਕਸਪੈਕਟ ਕਰ ਸਕਦੇ ਹਾਂ ਡੈਮੋਕ੍ਰੇਸੀ ਤੋਂ। ਇਧਰ ਕਾਰਟੂਨ 'ਚ ਤੁਸੀਂ ਦੇਖ ਸਕਦੇ ਹਾਂ ਕਿ ਡੈਮੋਕ੍ਰੇਸੀ ਜਿਹੜੀ ਹੈ ਇਹਨੂੰ ਕਈ ਤਰ੍ਹਾਂ ਦੇ ਪ੍ਰੈਸ਼ਰਸ ਨਾਲ ਕੋਪ ਅਪ ਕਰਨਾ ਪੈਂਦਾ ਹੈ ਕਿਉਂਕਿ ਲੋਕਾਂ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ। ਸੋ ਕਈ ਤਰ੍ਹਾਂ ਦੇ ਪ੍ਰੈਸ਼ਰਸ ਕ੍ਰੀਏਟ ਹੁੰਦੇ ਨੇ ਅਲੱਗ-ਅਲੱਗ ਫੀਲਡਸ ਤੋਂ ਡੈਮੋਕ੍ਰੇਸੀ ਦੇ ਉੱਪਰ। ਔਰ ਜਦੋਂ ਕੋਈ ਐਕਸਪੈਕਟੇਸ਼ਨ ਈਜ਼ੀਲੀ ਫੁਲਫਿਲ ਨਹੀਂ ਹੁੰਦੀ ਤਾਂ ਲੋਕ ਜਿਹੜੇ ਨੇ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਨੇ ਡੈਮੋਕ੍ਰੇਸੀ ਨੂੰ। ਲੇਕਿਨ ਡੈਮੋਕ੍ਰੇਸੀ ਜਿਹੜੀ ਹੈ ਅੰਡਰ ਟ੍ਰੀਮੈਂਡਸ ਪ੍ਰੈਸ਼ਰ ਰਹਿੰਦੀ ਹੈ ਕਿਉਂਕਿ ਐਕਸਪੈਕਟੇਸ਼ਨਸ ਬਹੁਤ ਨੇ ਇਹਦੇ ਤੋਂ। ਸੋ ਇਸ ਪੇਜ 'ਤੇ ਅਸੀਂ ਡਿਸਕਸ ਕਰਾਂਗੇ 3 ਮੇਜਰ ਐਕਸਪੈਕਟਿਡ ਆਊਟਕਮਸ ਆਫ ਫਰੋਮ ਏ ਡੈਮੋਕ੍ਰੇਸੀ। ਇੱਕ ਡੈਮੋਕ੍ਰੇਸੀ ਤੋਂ ਜਿਹੜੇ ਮੇਜਰ ਐਕਸਪੈਕਟਿਡ ਆਊਟਕਮਸ ਨੇ ਕਿ ਅਕਾਊਂਟੇਬਲ ਗਵਰਨਮੈਂਟ ਹੋਵੇ, ਰਿਸਪੌਂਸਿਵ ਗਵਰਨਮੈਂਟ ਹੋਵੇ ਔਰ ਲੈਜੀਟੀਮੇਟ ਗਵਰਨਮੈਂਟ ਹੋਵੇ। ਸੋ ਅਸੀਂ ਡਿਸਕਸ ਕਰਾਂਗੇ। ਦੇਰ ਆਰ ਸਮ ਥਿੰਗਸ ਦੈਟ ਡੈਮੋਕ੍ਰੇਸੀ ਮਸਟ ਪ੍ਰੋਵਾਈਡ। ਕੁਝ ਚੀਜ਼ਾਂ ਨੇ ਜੋ ਡੈਮੋਕ੍ਰੇਸੀ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ। ਇਨ ਅ ਡੈਮੋਕ੍ਰੇਸੀ ਵੀ ਆਰ ਮੋਸਟ ਕੰਸਰਨਡ ਵਿਦ ਐਨਸ਼ੋਰਿੰਗ ਦੈਟ ਪੀਪਲ ਵਿਲ ਹੈਵ ਦੇਅਰ ਰਾਈਟ ਟੂ ਚੂਜ਼ ਦੇਅਰ ਰੂਲਰਸ ਐਂਡ ਪੀਪਲ ਹੈਵ ਕੰਟਰੋਲ ਓਵਰ ਦੇਅਰ ਰੂਲਰਸ। ਸਭ ਤੋਂ ਪਹਿਲੀ ਚੀਜ਼ ਅਸੀਂ ਐਕਸਪੈਕਟ ਕਰਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਹੱਕ ਹੁੰਦਾ ਹੈ ਔਰ ਲੋਕਾਂ ਦਾ ਆਪਣੇ ਲੀਡਰਸ ਦੇ ਉੱਪਰ ਪੂਰਾ ਕੰਟਰੋਲ ਹੋਣਾ ਚਾਹੀਦਾ ਹੈ। Whenever possible and necessary, citizens should be able to participate in decision making that affects them all. So ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਦੇ ਵਿੱਚ। Therefore the most basic outcome of democracy be that it produces a government that is accountable to the citizens and resolves the needs and expectations of the citizens. So ਪਹਿਲਾ expected outcome ਹੈ ਕਿ ਡੈਮੋਕ੍ਰੇਸੀ ਇੱਕ ਅਕਾਊਂਟੇਬਲ ਗਵਰਨਮੈਂਟ ਹੋਣੀ ਚਾਹੀਦੀ ਹੈ, ਜ਼ਿੰਮੇਦਾਰ ਸਰਕਾਰ ਹੋਵੇ ਜੋ ਕਿ ਲੋਕਾਂ ਦੇ ਸਾਹਮਣੇ ਜ਼ਿੰਮੇਦਾਰ ਹੋਵੇ ਔਰ ਲੋਕਾਂ ਦੀਆਂ ਨੀਡਸ ਨੂੰ ਫੁਲਫਿਲ ਕਰੇ। ਹਾਂਜੀ, ਨੈਕਸਟ ਜੋ ਹੈ ਚੀਜ਼ ਉਹ ਅਸੀਂ ਐਕਸਪੈਕਟ ਕਰਦੇ ਹਾਂ ਕਿ ਡੈਮੋਕ੍ਰੈਟਿਕ ਗਵਰਨਮੈਂਟ ਐਫੀਸ਼ੀਐਂਟ ਹੋਣੀ ਚਾਹੀਦੀ, ਪ੍ਰੋਪਰਲੀ ਕੰਮ ਕਰਨ ਵਾਲੀ ਹੋਵੇ, ਇਫੈਕਟਿਵ ਹੋਵੇ, ਪ੍ਰਭਾਵਕਾਰੀ ਹੋਵੇ। ਕੁਝ ਲੋਕ ਸੋਚਦੇ ਨੇ ਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਜ਼ਿਆਦਾ ਇਫੈਕਟਿਵ ਗਵਰਨਮੈਂਟ ਨਹੀਂ ਹੈ। It is of course true that non-democratic rules do not have to bother about deliberation or in assemblies or worry about majorities and public opinion. ਇਹ ਕੁਛ ਹੱਦ ਤੱਕ ਸੱਚ ਵੀ ਹੈ ਕਿਉਂਕਿ ਜਿਹੜੀਆਂ ਡਿਕਟੇਟਰ ਗਵਰਨਮੈਂਟ ਹੁੰਦੀਆਂ ਨੇ ਉਹਨਾਂ ਨੇ ਕੋਈ ਸਲਾਹ ਮਸ਼ਵਰਾ ਨਹੀਂ ਕਰਨਾ, ਝਟਪਟ ਡਿਸੀਜ਼ਨ ਲੈ ਲੈਂਦੀਆਂ ਨੇ, ਜਿਸ ਕਾਰਨ ਡਿਕਟੇਟਰ ਗਵਰਨਮੈਂਟ ਜਿਹੜੀਆਂ ਨੇ ਜ਼ਿਆਦਾ ਕੁਇਕ ਅਤੇ ਐਫੀਸ਼ੀਐਂਟ ਹੋ ਸਕਦੀਆਂ ਨੇ ਡਿਸੀਜ਼ਨ ਕਰਨ ਅਤੇ ਡਿਸੀਜ਼ਨ ਨੂੰ ਲਾਗੂ ਕਰਨ ਦੇ ਵਿੱਚ। ਦੂਜੇ ਪਾਸੇ ਡੈਮੋਕ੍ਰੇਸੀ ਜਿਹੜੀ ਹੈ ਇਹਦੇ ਵਿੱਚ ਪ੍ਰੋਪਰ ਸੋਚ ਵਿੱਚ ਵਿਚਾਰ ਕੇ, ਵਿਮਰਸ਼ ਕਰਕੇ, ਬਹਿਸ ਕਰਕੇ ਡਿਸੀਜ਼ਨ ਹੁੰਦੇ ਨੇ ਕਿਉਂਕਿ ਇੱਕ ਬੰਦਾ ਡਿਸੀਜ਼ਨ ਨਹੀਂ ਲੈਂਦਾ, ਜਿਹਦੇ ਕਰਕੇ ਕੁਛ ਡਿਲੇ ਹੋ ਜਾਂਦੀ ਹੈ ਡਿਸੀਜ਼ਨ 'ਚ ਔਰ ਜਿਸ ਕਰਕੇ ਜਿਹੜਾ ਹੈ ਲੋਕ ਕਹਿੰਦੇ ਨੇ ਕਿ ਸ਼ਾਇਦ ਡੈਮੋਕ੍ਰੇਟਿਕ ਗਵਰਨਮੈਂਟ ਇਨਐਫੀਸ਼ੀਐਂਟ ਹੈ। ਲੇਕਿਨ ਐਸਾ ਨਹੀਂ ਹੈ, ਅੱਗੇ ਚੱਲ ਕੇ ਅਸੀਂ ਦੇਖਾਂਗੇ। ਕਹਿੰਦਾ ਥਿੰਕ ਇਨ ਟਰਮਸ ਆਫ ਕੋਸਟ, ਇਮੈਜਿਨ ਅ ਗਵਰਨਮੈਂਟ ਦੈਟ ਮੇ ਟੇਕ ਡਿਸੀਜ਼ਨਸ ਵੈਰੀ ਫਾਸਟ। ਮੰਨ ਲਓ ਕੋਈ ਸਰਕਾਰ ਬਹੁਤ ਜਲਦੀ ਫੈਸਲੇ ਲੈ ਲੈਂਦੀ ਹੈ ਲੇਕਿਨ ਉਹ ਫੈਸਲੇ ਜਲਦਬਾਜ਼ੀ 'ਚ ਜਿਹੜੇ ਗਲਤ ਲੈ ਲਏ ਜਾਂਦੇ ਨੇ ਜਿਹਦੇ ਕਰਕੇ ਕਾਫੀ ਪ੍ਰੋਬਲਮਸ ਆ ਸਕਦੀਆਂ ਨੇ। ਲੇਕਿਨ ਮੁਕਾਬਲੇ 'ਚ ਡੈਮੋਕ੍ਰੇਸੀ ਦੇ ਵਿੱਚ ਕੀ ਹੈ ਕਿ ਗਵਰਨਮੈਂਟ ਜਿਹੜੀ ਹੈ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਹੋਏ ਸਹੀ ਡਿਸੀਜ਼ਨ ਲੈਂਦੀ ਹੈ, ਚਾਹੇ ਡਿਸੀਜ਼ਨ ਦੇ ਵਿੱਚ ਦੇਰੀ ਲੱਗਦੀ ਹੈ। ਲੇਕਿਨ ਐਸੀ ਦੇਰੀ ਜਿਹੜੀ ਹੈ ਉਹ ਫਾਇਦੇਮੰਦ ਹੁੰਦੀ ਹੈ ਕੰਟਰੀ ਵਾਸਤੇ ਕਿਉਂਕਿ ਡਿਸੀਜ਼ਨ ਜਿਹੜਾ ਹੈ ਪ੍ਰੋਪਰ ਅਤੇ ਸਹੀ ਲਿਆ ਜਾਂਦਾ ਹੈ। ਡਿਸੀਜ਼ਨ ਮੇ ਬੀ ਬੋਥ ਮੋਰ ਐਕਸੈਪਟੇਬਲ ਟੂ ਦਾ ਪੀਪਲ ਐਂਡ ਮੋਰ ਇਫੈਕਟਿਵ। ਸੋ ਐਸੇ ਡਿਸੀਜ਼ਨ ਜਿਹੜੇ ਨੇ ਜ਼ਿਆਦਾ ਅੱਛੇ ਹੋ ਸਕਦੇ ਨੇ ਲੋਕਾਂ ਵਾਸਤੇ। ਸੋ ਦਾ ਕੋਸਟ ਆਫ ਟਾਈਮ ਦੈਟ ਡੈਮੋਕ੍ਰੇਸੀ ਪੇਜ਼ ਇਜ਼ ਪਰਹੈਪਸ ਵਰਥ ਇਟ। ਸੋ ਚਾਹੇ ਡੈਮੋਕ੍ਰੇਸੀ ਡਿਸੀਜ਼ਨ ਲੈਣ ਲੱਗਿਆਂ ਟਾਈਮ ਲਗਾਉਂਦੀ ਹੈ ਲੇਕਿਨ ਉਸ ਟਾਈਮ ਦੀ ਆਪਣੀ ਕੀਮਤ ਹੈ ਔਰ ਉਹਦਾ ਲੋਕਾਂ ਨੂੰ ਹੀ ਫਾਇਦਾ ਹੁੰਦਾ ਹੈ ਕਿ ਅੱਛੇ ਡਿਸੀਜ਼ਨਸ ਮਿਲ ਸਕਦੇ ਨੇ। ਨੈਕਸਟ ਜਿਹੜਾ ਆਊਟਕਮ ਹੈ ਉਹ ਹੈ ਟਰਾਂਸਪੇਰੈਂਸੀ, ਕਿ ਟਰਾਂਸਪੇਰੈਂਟ ਗਵਰਨਮੈਂਟ ਹੁੰਦੀ ਹੈ ਡੈਮੋਕ੍ਰੇਸੀ, ਐਕਸਪੈਕਟ ਕੀਤਾ ਜਾਂਦਾ ਹੈ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਡਿਸੀਜ਼ਨ ਜਿਹੜਾ ਹੈ ਸਾਰੇ ਰੂਲਸ, ਰੈਗੂਲੇਸ਼ਨਸ ਔਰ ਪ੍ਰੋਸੀਜਰਸ ਨੂੰ ਫੋਲੋ ਕਰਕੇ ਲਿਆ ਜਾਂਦਾ ਹੈ ਔਰ ਅਗਰ ਕੋਈ ਸਿਟੀਜ਼ਨ ਇਹ ਜਾਣਨਾ ਚਾਹੇ ਕਿ ਡਿਸੀਜ਼ਨ ਕਿਸ ਤਰੀਕੇ ਦੇ ਨਾਲ ਲਿਆ ਗਿਆ ਹੈ ਤਾਂ ਉਹਦੇ ਕੋਲ ਇਹ ਰਾਈਟ ਹੋਣਾ ਚਾਹੀਦਾ ਹੈ। ਹੀ ਔਰ ਸ਼ੀ ਸ਼ੁੱਡ ਹੈਵ ਦਾ ਰਾਈਟ ਐਂਡ ਮੀਨਸ ਟੂ ਐਗਜ਼ਾਮਿਨ ਦਾ ਪ੍ਰੋਸੈਸ ਆਫ ਡਿਸੀਜ਼ਨ ਮੇਕਿੰਗ। ਸੋ ਸਿਟੀਜ਼ਨਸ ਕੋਲ ਰਾਈਟ ਹੁੰਦਾ ਹੈ ਕਿ ਉਹ ਜਾਣ ਸਕਦੇ ਨੇ ਕਿ ਡਿਸੀਜ਼ਨ ਉਹਨਾਂ ਦੇ ਕਿਵੇਂ ਲਏ ਗਏ ਨੇ
ਇਸੇ ਨੂੰ ਹੀ ਟਰਾਂਸਪੇਰੈਂਸੀ ਕਿਹਾ ਜਾਂਦਾ ਹੈ। ਦਿਸ ਫੈਕਟਰ ਇਜ਼ ਆਫਨ ਮਿਸਿੰਗ ਫਰੋਮ ਨੋਨ ਡੈਮੋਕ੍ਰੈਟਿਕ ਗਵਰਨਮੈਂਟ, ਲੇਕਿਨ ਨੋਨ ਡੈਮੋਕ੍ਰੈਟਿਕ ਗਵਰਨਮੈਂਟ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੁੰਦੀ। Therefore, when we are trying to find out the outcomes of democracy, it is right to expect democracy to produce a government that follows procedures and accountable to the government people. ਸੋ ਅਸੀਂ ਐਕਸਪੈਕਟ ਕਰਦੇ ਹਾਂ ਇਸੇ ਵਾਸਤੇ ਕਿ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਜਿਹੜੀ ਹੈ ਸਾਰੇ ਪ੍ਰੋਸੀਜਰਸ ਨੂੰ ਫੋਲੋ ਕਰੇ ਔਰ ਲੋਕਾਂ ਪ੍ਰਤੀ ਜ਼ਿੰਮੇਦਾਰ ਹੋਵੇ। We can also expect that democratic government develops mechanisms for citizens to hold the government accountable and mechanisms for citizens to take part in decision making whenever they think fit. So ਡੈਮੋਕ੍ਰੇਸੀ ਦੇ ਵਿੱਚ ਐਸੇ ਪ੍ਰੋਸੀਜਰਸ ਡਿਵੈਲਪ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਰਾਹੀਂ ਸਿਟੀਜ਼ਨ ਜਿਹੜੇ ਨੇ ਸਰਕਾਰ ਨੂੰ ਜ਼ਿੰਮੇਦਾਰ ਬਣਾ ਕੇ ਰੱਖਦੇ ਨੇ ਔਰ ਡਿਸੀਜਨ ਮੇਕਿੰਗ ਦੇ ਵਿੱਚ ਵੀ ਇਨਡਾਇਰੈਕਟ ਤਰੀਕੇ ਦੇ ਨਾਲ ਉਹ ਪਾਰਟਿਸਿਪੇਸ਼ਨ ਕਰਦੇ ਨੇ। ਦੇਖੋ ਸਾਡੇ ਕੋਲ ਰਾਈਟ ਟੂ ਇਨਫੋਰਮੇਸ਼ਨ ਐਕਟ ਜਿਹੜਾ ਹੈ 2005 ਉਹ ਸਾਨੂੰ ਗਵਰਨਮੈਂਟ ਨੇ ਪ੍ਰੋਵਾਈਡ ਕੀਤਾ ਹੋਇਆ, ਜਿਹਦੇ ਰਾਹੀਂ ਜਿਹੜਾ ਹੈ ਅਸੀਂ ਗਵਰਨਮੈਂਟ ਬੋਡੀਜ਼ ਜਿਹੜੀਆਂ ਨੇ ਉਹਨਾਂ ਦੇ ਜੋ ਪ੍ਰੋਸੀਜਰਸ ਨੇ ਜਿਨ੍ਹਾਂ ਦੇ ਰਾਹੀਂ ਉਹ ਕੰਮ ਕਰਦੇ ਨੇ, ਜਿਸ ਤਰੀਕੇ ਨਾਲ ਕੰਮ ਹੋ ਰਿਹਾ ਹੈ ਉਹਨੂੰ ਅਸੀਂ ਜਾਣ ਸਕਦੇ ਹਾਂ RTI ਦੇ ਰਾਹੀਂ, ਔਰ ਸਾਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਕਿ ਕੋਈ ਗਵਰਨਮੈਂਟ ਇੰਸਟੀਟਿਊਸ਼ਨ ਕਿਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਉੱਪਰ ਕਾਰਟੂਨ ਦਿੱਤਾ ਹੋਇਆ ਇੱਕ, ਕਹਿੰਦਾ ਕਿ ਗਵਰਨਮੈਂਟ ਕੋਲ ਬਹੁਤ ਸਾਰੇ ਸਾਧਨ ਨੇ ਕਿ ਉਹ ਸਿਟੀਜ਼ਨਸ ਬਾਰੇ ਜਾਣ ਸਕਦੀ ਹੈ। ਇੱਧਰ ਗਵਰਨਮੈਂਟ, ਇੱਧਰ ਸਿਟੀਜ਼ਨਸ ਨੇ, ਜਿਵੇਂ ਆਧਾਰ ਕਾਰਡ, ਵੋਟਰ ਕਾਰਡ ਵਗੈਰਾ ਨਾਲ ਉਹਨਾਂ ਨੂੰ ਸਾਡੀ ਸਾਰੀ ਇਨਫੋਰਮੇਸ਼ਨ ਪਤਾ ਹੈ। ਲੇਕਿਨ ਕੀ ਸਿਟੀਜ਼ਨਸ ਦੇ ਕੋਲ ਵੀ ਕੁਝ ਮੀਨਸ ਨੇ ਜਿਨ੍ਹਾਂ ਰਾਹੀਂ ਉਹ ਗਵਰਨਮੈਂਟ ਬਾਰੇ ਜਾਣ ਸਕਦੇ ਨੇ? ਤਾਂ ਡੈਫੀਨੇਟਲੀ RTI ਵਰਗੇ ਐਕਟ ਜਿਹੜੇ ਨੇ ਉਹ ਸਾਨੂੰ ਜਾਣੂ ਕਰਾਉਂਦੇ ਨੇ ਗਵਰਨਮੈਂਟ ਦੇ ਵਰਕਿੰਗ ਪ੍ਰੋਸੀਜਰ। If you wanted to measure democracies on the basis of this outcome, expected outcome, you would look for the following practices and institutions like regular, free and fair election, open public debate। So ਅਸੀਂ ਐਕਸਪੈਕਟ ਕਰਦੇ ਸਰਕਾਰ ਤੋਂ ਕਿ ਰੈਗੂਲਰ ਇਲੈਕਸ਼ਨ ਹੋਵੇ, ਫ੍ਰੀ ਫੇਅਰ ਇਲੈਕਸ਼ਨ ਹੋਵੇ, ਓਪਨ ਪਬਲਿਕ ਡਿਬੇਟ ਹੋਵੇ ਮੇਜਰ ਪੋਲਿਸੀਜ਼ ਦੇ ਉੱਪਰ, ਐਂਡ ਲੈਜਿਸਲੇਸ਼ਨ ਕਾਨੂੰਨਾਂ ਦੇ ਉੱਪਰ, ਸਿਟੀਜ਼ਨਸ ਰਾਈਟ ਟੂ ਇਨਫੋਰਮੇਸ਼ਨ ਅਬਾਊਟ ਦਾ ਗਵਰਨਮੈਂਟ ਐਂਡ ਇਟਸ ਫੰਕਸ਼ਨਿੰਗ, ਔਰ ਸਿਟੀਜ਼ਨਸ ਨੂੰ ਰਾਈਟ ਟੂ ਇਨਫੋਰਮੇਸ਼ਨ ਹੋਵੇ, ਸਰਕਾਰ ਦੇ ਕੰਮਾਂ ਬਾਰੇ ਜਾਣ ਸਕਣ। ਐਕਚੁਅਲ ਪਰਫਾਰਮੈਂਸ ਆਫ ਡੈਮੋਕ੍ਰੇਸੀ ਸ਼ੋਜ਼ ਅ ਮਿਕਸਡ ਰਿਕਾਰਡ ਔਨ ਦਿਸ, ਲੇਕਿਨ ਰਿਐਲਿਟੀ ਥੋੜ੍ਹੀ ਜਿਹੀ ਕੁਛ ਹੋਰ ਹੈ। Democracies have had greater success in setting up regular and free fair elections, in setting up conditions for open public debate. So democracy ਦੇ ਵਿੱਚ ਚਾਹੇ ਕਿ ਰੈਗੂਲਰ ਤੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਨੇ, ਪਬਲਿਕ ਡਿਬੇਟ ਦਾ ਵੀ ਸਕੋਪ ਹੈ, ਬਟ ਮੋਸਟ ਡੈਮੋਕ੍ਰੇਸੀਜ਼ ਫਾਲ ਸ਼ਾਰਟ ਆਫ ਇਲੈਕਸ਼ਨ ਦੈਟ ਪ੍ਰੋਵਾਈਡ ਅ ਫੇਅਰ ਚਾਂਸ ਟੂ ਐਵਰੀਵਨ। ਲੇਕਿਨ ਕਈ ਡੈਮੋਕ੍ਰੇਸੀਜ਼ ਐਸੀਆਂ ਨੇ ਜਿੱਥੇ ਕਿ ਫੇਅਰ ਇਲੈਕਸ਼ਨਸ ਨਹੀਂ ਹੋ ਰਹੀਆਂ, ਠੀਕ ਹੈ, ਔਰ ਨਾਲ ਦੀ ਨਾਲ ਜਿਹੜਾ ਹੈ ਪਬਲਿਕ ਡਿਬੇਟ ਜਿਹੜਾ ਹੈ ਉਹ ਹੋ ਰਿਹਾ ਹੈ ਸਰਕਾਰ ਦੇ ਡਿਸੀਜ਼ਨ ਦੇ ਉੱਪਰ। ਕਈ ਵਾਰੀ ਸਰਕਾਰ ਦੇ ਡਿਸੀਜ਼ਨਸ ਗਲਤ ਹੋ ਜਾਂਦੇ ਨੇ, ਜਿਸ ਕਾਰਨ ਲੋਕ ਜਿਹੜੇ ਨੇ ਉਸ ਦੇ ਉੱਪਰ ਜਿਹੜਾ ਉਹਦੀਆਂ ਛੂਣਤਾਈਆਂ ਵੀ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਬਟ ਮੋਸਟ ਡੈਮੋਕ੍ਰੈਟਿਕ ਗਵਰਨਮੈਂਟਸ ਡੂ ਨਾਟ ਹੈਵ ਵੈਰੀ ਗੁੱਡ ਰਿਕਾਰਡ ਵੈਨ ਇਟ ਕਮਸ ਟੂ ਸ਼ੇਅਰਿੰਗ ਇਨਫੋਰਮੇਸ਼ਨ ਵਿਦ ਸਿਟੀਜ਼ਨਸ। ਔਰ ਬਹੁਤ ਸਾਰੀਆਂ ਸਰਕਾਰਾਂ ਐਸੀਆਂ ਨੇ ਜੋ ਨਾਗਰਿਕਾਂ ਦੇ ਨਾਲ ਇਨਫੋਰਮੇਸ਼ਨ ਵੀ ਪ੍ਰੋਪਰਲੀ ਸ਼ੇਅਰ ਨਹੀਂ ਕਰਦੀਆਂ। ਲੇਕਿਨ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਡੈਮੋਕ੍ਰੈਟਿਕ ਗਵਰਨਮੈਂਟਸ ਨੇ ਉਹ ਬਾਕੀ ਕਿਸਮ ਦੀਆਂ ਗਵਰਨਮੈਂਟਸ ਨਾਲੋਂ ਕਿਤੇ ਬਿਹਤਰ ਨੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ। ਜਨਰਲ ਤੌਰ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਇਟ ਮੇ ਬੀ ਰੀਜ਼ਨੇਬਲ ਟੂ ਐਕਸਪੈਕਟ ਫਰੋਮ democracy a government that is attentive to the needs and demands of the people and is largely free of corruption। ਮੀਨਸ ਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਡੈਮੋਕ੍ਰੇਸੀ ਵਿੱਚ ਕੋਈ ਕਰਪਸ਼ਨ ਨਹੀਂ ਹੁੰਦੀ, ਡੈਮੋਕ੍ਰੇਸੀ ਗਵਰਨਮੈਂਟ ਜਿਹੜੀ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੀ ਹੈ, ਦੂਰ ਕਰਦੀ ਹੈ। ਲੇਕਿਨ ਰਿਐਲਿਟੀ ਕੁਛ ਹੋਰ ਹੈ। ਰਿਐਲਿਟੀ ਕਹਿੰਦੀ ਹੈ ਕਿ ਅਕਸਰ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਜਾਂ ਪ੍ਰੋਬਲਮਸ ਨੇ ਉਹਨਾਂ ਨੂੰ ਇਗਨੋਰ ਕਰ ਦਿੰਦੀ ਹੈ ਕਈ ਵਾਰੀ ਡੈਮੋਕ੍ਰੇਸੀ ਗਵਰਨਮੈਂਟ ਵੀ। ਰੂਟੀਨ ਟੇਲਸ ਆਫ ਕਰਪਸ਼ਨ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਡੈਮੋਕ੍ਰੈਟਿਕ ਗਵਰਨਮੈਂਟ ਦੇ ਵਿੱਚ ਵੀ। ਐਟ ਦੀ ਸੇਮ ਟਾਈਮ ਦੇਰ ਇਜ਼ ਨਥਿੰਗ ਟੂ ਸ਼ੋ ਦੈਟ ਨੋਨ ਡੈਮੋਕ੍ਰੇਸੀਜ਼ ਆਰ ਲੈਸ ਕਰਪਟ ਔਰ ਮੋਰ ਸੈਂਸਿਟਿਵ ਟੂ ਦ ਪੀਪਲ। ਸੋ ਅਸੀਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਜਿਹੜਾ ਹੈ ਡੈਮੋਕ੍ਰੇਸੀ ਜਿਹੜੀ ਹੈ ਬੁਰਾਈਆਂ ਤੋਂ ਦੂਰ ਹੈ, ਲੇਕਿਨ ਨਾਲ ਦੀ ਨਾਲ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਡਿਕਟੇਟਰਸ਼ਿਪ ਜਾਂ ਕਿੰਗਸ਼ਿਪ ਵਾਲੇ ਰਾਜ ਦੇ ਵਿੱਚ ਬਿਲਕੁਲ ਕਰਪਸ਼ਨ ਨਹੀਂ ਹੈਗੀ। ਦੇਅਰ ਇਨ ਵਨ ਐਸਪੈਕਟ ਇਨ ਵਿਚ ਡੈਮੋਕ੍ਰੈਟਿਕ ਗਵਰਨਮੈਂਟ ਇਜ਼ ਸਰਟਨਲੀ ਬੈਟਰ ਦੈਨ ਇਟਸ ਆਲਟਰਨੇਟਿਵ। ਇੱਕ ਹੋਰ ਇਸ਼ੂ ਹੈ ਜਿਹਦੇ ਵਿੱਚ ਕਿ ਡੈਮੋਕ੍ਰੇਸੀ ਬਾਕੀ ਗਵਰਨਮੈਂਟਸ ਨਾਲੋਂ ਬਿਹਤਰ ਹੈ। ਕਿਵੇਂ? ਇਟ ਇਜ਼ ਅ ਲੈਜੀਟੀਮੇਟ ਗਵਰਨਮੈਂਟ। ਇਹ ਸਹੀ ਗਵਰਨਮੈਂਟ ਹੈ। ਲੈਜੀਟੀਮੇਟ ਮੀਨਸ ਜਾਇਜ਼ ਗਵਰਨਮੈਂਟ ਹੈ, ਬਿਲਕੁਲ ਐਪਰੋਪਰੀਏਟ ਗਵਰਨਮੈਂਟ ਹੈ।
ਕਿਉਂ? ਕਿਉਂਕਿ ਇਹ ਪ੍ਰੋਪਰ ਪ੍ਰੋਸੀਜਰਸ ਨੂੰ, ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰਦੀ ਹੈ। ਲੋਕਾਂ ਦੀ ਆਪਣੀ ਗਵਰਨਮੈਂਟ ਹੈ, ਚਾਹੇ ਸਲੋ ਹੈ, ਲੈਸ ਐਫੀਸ਼ੀਐਂਟ ਹੈ और बहुत ज़्यादा रिस्पॉन्सिव भी नहीं है, करप्शन फ्री भी नहीं है, लेकिन फिर भी इट्स ए गवर्नमेंट ऑफ द पीपल। बट अ डेमोक्रेटिक गवर्नमेंट इज़ पीपल्स ओन गवर्नमेंट। ये लोगों की अपनी बनाई हुई सरकार है। दैट्स वाई देर इज़ ओवरवेलमिंग सपोर्ट फॉर द आइडिया ऑफ डेमोक्रेसी ऑल ओवर द वर्ल्ड। और सारी दुनिया के विच लोग डेमोक्रेसी ਨੂੰ पसंद करते हैं, जो दिखाता है कि लैजिटिमेट गवर्नमेंट है। अगर असीं साउथ एशिया की गल कर लीए तो ज़्यादातर लोग जिहड़े ने डेमोक्रेसी ਨੂੰ फेवर करते हैं। जिन्हां देशों 'ਚ डेमोक्रेसी नहीं भी है, वो भी देश डेमोक्रेसी ਨੂੰ फेवर करते हैं। पीपल विश टू बी रूल्ड बाय रिप्रजेंटेटिव्स इलैक्टेड बाय दैम। लोग चाਹੁੰਦੇ ਨੇ कि ਉਹਨਾਂ ਦੇ ਦੇਸ਼ ਵਿੱਚ ਵੀ ਡੈਮੋਕ੍ਰੇਸੀ ਹੋਏ। ਦੇ ਆਲਸੋ ਬਲੀਵ दैट डेमोक्रेसी इज़ सूटेबल फॉर द देयर कंट्री। ਉਹ ਸੋਚਦੇ ਨੇ ਕਿ ਡੈਮੋਕ੍ਰੇਸੀ ਹੀ ਉਹਨਾਂ ਦੇ ਦੇਸ਼ ਵਾਸਤੇ ਵੀ ਵਧੀਆ ਰਹੇਗੀ। डेमोक्रेसी's ability to generate its own support is itself an outcome that cannot be ignored। सो डेमोक्रेसी के हक दे विच जो समर्थन है लोगों का, वो प्रूव करता है कि एक लैजिटिमेट गवर्नमेंट है और इस चीज़ में असीं इग्नोर नहीं कर सकते। ये नीचे चार्ट्स दिते हुए हैं जिन्हां 'च दिखाया गया है कि किवें 62% के करीब साउथ एशिया दे विच लोग जिहड़े ने डेमोक्रेसी नूं फेवर करते हैं। 28% के करीब जिहड़े ने वो लोग कहते हैं कि सानूं कोई फर्क नहीं पैंदा किहड़ी गवर्नमेंट है। 10% के करीब जिहड़े ने वो थोड़ा डिक्टेटरशिप नूं वधिया कहते हैं। और ये भी दिखाया गया कि सिर्फ पाकिस्तान नूं छड्ड के जिहड़ा है बाकी कंट्रीज़ ज़्यादा लोग डेमोक्रेसी नूं पसंद करते हैं। सिर्फ पाकिस्तान ऐसा है जिहदे विच कि डेमोक्रेसी नूं पसंद करने वालों का नंबर ज़्यादा नहीं है। ओवरऑल अगर असीं देखिए तो साउथ एशिया के ज़्यादातर पीपल जिहड़े ने वो डेमोक्रेटिक कंट्री नूं ही पसंद करते हैं। दैट्स ऑल फॉर टुडे, थैंक यू।